बंदन अनक बार। सर्व कला समरथ डोलन ते राखो प्रभु। नानक दे कर हथ धन वाहिगुरु साहिब जीओ। एक ओंकार सतगुर प्रसाद। राग सूही छंद महला पहला घर चौथा। जिन किया तिन देखिया जग धंधड़े लाया। दान तेरे कट चनना तन चंद दीपाया। चंदो दीपाया दान हर के दुख अंधेरा उठ गया। गुण जंज लाड़े नाल सोहै परख मोहणिए लिया। व्याह हुआ सोभ सेती पंच शब्दी आया। जिन किया तिन देखिया जग धंधड़े लाया। हौं बलिहारी सजना हौं बलिहारी सजना मीता अबरीता। हौं बलिहारी सजना मीता अबरीता। एह तन जिन स्यों गाड़िया लियड़ा। दीता लिया तां दीता मान। जिन स्यों गाड़िया लिया ता दीता मान। जिन स्यों से सज्जन क्यों बिसरिहि। जिन दिस आया हो हे रली जी सेती कह रहे। सगल गुण अवगुण ना कोई हो नीता नीता। हौं बलिहारी सजना मीता अबरीता। हौं बलिहारी सजना मीता अबरीता। साहिब श्री गुरु ग्रंथ साहिब महाराज सच्चे पातशाह जी दी पावन ते पवित्र हजूरी दे विच जुड़ मिल बैठे गुरु प्यारिओ आप सारी अति सत्कारयोग हों। गुरु की पावन ते पवित्र गुरबाणी सुनने दे लई आपां गुरु चरणां विच बराजदे हां। सो आओ गुरु की पावन बाणी नूं विचारीए।
ਵਿਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਸ਼ਬਦ ਸਤਿਗੁਰਾਂ ਦੀ ਪਾਵਨ ਬਾਣੀ 765 ਨੰਬਰ ਅੰਗ ਤੋਂ ਸਰਵਣ ਕੀਤਾ ਹੈ, ਉਹਦਾ ਸਾਡੇ ਸਰੀਰ ਦੇ ਨਾਲ, ਸਾਡੀ ਜੀਵ ਆਤਮਾ ਦੇ ਨਾਲ, ਸਾਡੇ ਜੀਵਨ ਦੇ ਨਾਲ ਕਿੰਨਾ ਕੁ ਤਾਲਮੇਲ ਹੈ। ਕੀ ਗੁਰਬਾਣੀ ਪੜ੍ਹਨੀ ਕੇਵਲ ਤੇ ਕੇਵਲ ਸਾਡੀ ਕਾਰ ਹੈ? ਕੀ ਗੁਰਬਾਣੀ ਪੜ੍ਹਨੀ ਸਾਡੀ ਮਜਬੂਰੀ ਹੈ? ਕਿ ਗੁਰਬਾਣੀ ਦਾ ਸਹਿਜ ਪਾਠ ਵਿਚਾਰ ਕਰਨੀ ਸਾਡਾ ਸ਼ੌਂਕ ਹੈ ਜਾਂ ਮਜਬੂਰੀ ਜਾਂ ਕੋਈ ਲਾਲਚ? ਚਲੋ ਮੰਨ ਲਓ ਵੀ ਗੁਰਬਾਣੀ ਪੜ੍ਹਨ ਦਾ ਕੀ ਕਾਰਨ ਹੈ? ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਲੋਭ ਲਾਲਚ ਹੈ ਅੰਦਰੋਂ ਜਾਂ ਨਹੀਂ, ਇਹ ਆਪਾਂ ਵੇਖਣਾ। ਕਿਤੇ ਬਾਣੀ ਪੜ੍ਹਨ ਦਾ ਜਿਹੜਾ ਸਾਡਾ ਸੁਭਾਅ ਆ, ਸਾਡੀ ਰੋਜ਼ਾਨਾ ਦੀ ਕਿਰਿਆ ਆਦਤ ਹੈ, ਕਿ ਅਸੀਂ ਕਿਤੇ ਆਪਣੀ ਆਦਤ ਤੋਂ ਮਜਬੂਰ ਹੋ ਕੇ ਗੁਰੂ ਵਾਲੇ ਪਾਸੇ ਵੀ ਤੁਰ ਪਏ ਤੇ ਬੁਰੇ ਕੰਮ ਵੀ ਕਰੀ ਜਾਂਦੇ ਆ। ਇੱਦਾਂ ਦਾ ਸੁਭਾਅ ਤਾਂ ਨਹੀਂ ਹੈ। ਫਿਰ ਮੰਨਿਆ ਜਾਊ ਵੀ ਬਾਣੀ ਪੜ੍ਹਨਾ ਜਾਂ ਤਾਂ ਸ਼ੌਂਕ ਰਹਿ ਗਿਆ। ਦੂਜਾ ਕਾਰਨ ਇਹ ਹੋ ਸਕਦਾ ਵੀ ਗੁਰਬਾਣੀ ਪੜ੍ਹਨੀ ਮਜਬੂਰੀ ਆ, ਲਾਲਚ ਹੈ, ਜਾਂ ਕੋਈ ਹੋਰ ਕਾਰਨ ਬਣ ਸਕਦਾ। ਪਰ ਬਿਰਲਾ ਹੋਵੇਗਾ ਉਹ ਵੀਰ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਦਾ ਯਤਨ ਕੀਤਾ, ਮੇਲਣ ਦਾ ਯਤਨ ਕੀਤਾ। ਜਿਵੇਂ ਆਪਾਂ ਗੱਲ ਕੀਤੀ ਆ, ਕਿੰਨਾ ਕੋਈ ਸ਼ਬਦ ਆ ਜਿਹੜਾ ਆਪਣੀ ਜ਼ਿੰਦਗੀ ਵਿੱਚ ਸਾਡੀ ਇਸ ਜ਼ਿੰਦਗੀ ਦੀ ਅਗਵਾਈ ਕਰਦਿਆਂ ਹੋਇਆਂ ਰੋਲ ਅਦਾ ਕਰਦਾ, ਉਹ ਪਾਵਨ ਸ਼ਬਦ ਆ। ਬਸ ਇੰਨੀ ਕਹਿ ਸਕਦੇ ਹਾਂ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਫਿਰ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਨੂੰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣ ਦਾ ਯਤਨ ਕਰ। ਵਰਤਣੀ ਕਿਵੇਂ ਆ? ਪਾਤਸ਼ਾਹ ਜੀ ਕਹਿੰਦੇ ਇਉਂ ਮੰਨ ਲਓ ਵੀ ਇੱਕ ਦੁਨਿਆਵੀ ਤਲ ਤੇ ਕਿਸੇ ਤਰ੍ਹਾਂ ਦਾ ਕੋਈ ਗੀਤ ਆ ਤੇ ਇੱਕ ਗੁਰੂ ਕੀ ਪਾਵਨ ਬਾਣੀ ਹੈ। ਹੁਣ ਜਦੋਂ ਗੱਲ ਆਉਂਦੀ ਹੈ ਗੁਰਬਾਣੀ ਨੂੰ ਆਪਣੀ ਜ਼ਿੰਦਗੀ 'ਚ ਵਰਤ, ਉਦੋਂ ਤਾਂ ਸਾਡੇ ਦਿਮਾਗ 'ਚ ਸਵਾਲ ਚੱਲ ਪੈਂਦੇ ਨੇ, ਕਿਵੇਂ ਵਰਤੀ ਜਾਊ, ਐਂ ਕਿਵੇਂ, ਇਉਂ ਨਹੀਂ ਹੋ ਸਕਦਾ, ਇਹਨੂੰ ਕਿਹੜਾ ਪਹਿਚਾਣ ਲੂ, ਕਿਹੜਾ ਸਮਝ ਲੂ। ਨਾ ਨਾ ਭਾਈ, ਕਿੱਥੇ ਟਾਈਮ ਨਹੀਂ ਹੈ, ਫਿਰ ਫਾਇਦਾ ਕੀ? ਜਾਂ ਵਰਤਣ ਦਾ ਸਾਡੇ ਕੋਲ ਢੰਗ ਨਹੀਂ। ਇਉਂ ਕਹਿੰਦੇ ਨੇ ਨਹੀਂ ਸਾਨੂੰ ਨਹੀਂ ਪਤਾ, ਹਾਂ ਪੜ੍ਹ ਜ਼ਰੂਰ ਲਵਾਂਗੇ, ਸੁਣ ਜ਼ਰੂਰ ਲਵਾਂਗੇ, ਪਰ ਵਰਤਣੀ ਨਹੀਂ ਹੈ। ਚਲੋ ਹੁਣ ਦੂਜੇ ਪਾਸੇ ਕੱਚੀ ਬਾਣੀ ਆ, ਮਤਲਬ ਸਾਡੇ ਸਮਾਜ ਦਾ ਰੋਜ਼ ਦਾ ਬੋਲ ਬਾਲਾ। ਕਦੇ ਕੋਈ ਨਵੀਂ ਵੈਂਗਣੀ ਉਗੜ ਆਉਂਦੀ ਆ, ਕਦੇ ਕੋਈ ਨਵੀਂ ਵੈਂਗਣੀ ਉਗੜ ਆਉਂਦੀ ਆ। ਉਹ ਬੋਲ ਕੀ ਨੇ ਕੱਚੀ ਬਾਣੀ ਦੇ, ਆਪਾਂ ਸਾਰੇ ਜਾਣਦੇ ਹਾਂ, ਸਾਰੇ ਸੁਣਦੇ ਹਾਂ। ਜ਼ਿਆਦਾਤਰ ਉਹਨਾਂ ਕੱਚੀ ਬਾਣੀ ਦੇ ਬੋਲਾਂ 'ਚ ਹਥਿਆਰਾਂ ਦੀ ਗੱਲ, ਨਸ਼ਿਆਂ ਦੀ ਗੱਲ, ਇਸ਼ਕ ਦੀ ਗੱਲ, ਮਾਰਨ ਦੀ ਗੱਲ, ਬਦਫੈਲੀਆਂ ਦੀ ਗੱਲ, ਇੱਦਾਂ ਦੇ ਪੱਖ ਲਏ ਜਾਂਦੇ ਨੇ। ਹੋਰ ਵੀ ਕਈ ਪੱਖ ਨੇ ਤੇ ਉਵੇਂ ਸਾਡੇ ਲੋਕਾਂ ਨੇ ਸ਼ੁਰੂ ਕਰਤਾ। ਦੱਸੋ ਜੇ ਨਹੀਂ ਕੀਤਾ। ਮੰਨ ਲਓ ਜੇ ਕਿਸੇ ਨੇ ਕਹਿਤਾ ਵੀ ਭਾਈ ਇਹ ਜਿਹੜਾ ਮੇਰੇ ਘਰ ਦੇ ਵਿੱਚ ਕੋਈ ਵਹੀਕਲ ਆ ਨਾ, ਸਾਧਨ ਆ, ਇਹ ਮੈਂ ਕੰਮ ਲੈਣ ਵਾਸਤੇ ਰੱਖਿਆ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਰੱਖਿਆ,
ਤੇ ਜੇ कहता भी ये तो सिर्फ साडे घर दे विच 2 पहिया वाहन आ, ये तो मैं केवल पड़ाके पाउण नूं रखिया हैगा। हुण तुसीं आप अंदाजा लाओ साडे नौजवान पड़ाके पाउंदे आ। इहदा अर्थ की बन गया भी वो कच्चे बोलां नूं असीं जिंदगी च वरतना शुरू करता, प्रैक्टिकल कर लिया। ते गुरु किदें दा कही जांदा भी आओ गल सुण जो, आ गल सुण के ना इउं मन लवो। कौन आउंदा है? हाँ कोई बिरला आउंदा। जो आउंदे ने ਉਹ नहीं ਹਨ ਜਿਹੜੇ समझ वाले ने, ਉਹ ने जिन्हां दे दिमाग दे विच गल शायद ना वड़े। बिरलियां रूहां नूं छड्ड के भागां वालियां रूहां जो एक एक गल नूं कैच कर लैंदियां ने। जे उत्थे गल कीती है कि गंडासियां दी, खापरियां दी, हाँ ठीक है, अपनी जिंदगी च किसी तरह का हथियार औजार है, शस्त्र अस्त्र है, वो वरतना गुनाह नहीं, लोड़ पैण ते वरतना है, वो अपनी सेफ्टी वास्ते है। पर इदा शो भी नहीं करना, वो करना शुरू कर दिता। जिद्दां दियां अगले ने अपने शक्ल ते बगाड़ पवाया, शिंगार नहीं उदां दा साडे मुंडियां ने पवा लिया। मेरे कहण तो मरादी हवाला देण तो भाव की है भी असीं कच्ची बाणी दा जिहड़ा असर आ ना, वो अपनी जिंदगी च ज़्यादा कबूल बैठे। अपनी जिंदगी च सच जाणो की छोटा की वड्डा। जिहो जा उन्हां ने अपने तन ते, चलो अगले ने तां आपां नूं अपना हुलिया विगाड़ के, अपने गंदे बोल बोल के, नच टप के अगले ने तां पैसे लेके जाने ने, पर सानू किहो जा लगदा गा असीं ओहो जी बनना शुरू कर दिता। पर गुरु की बाणी किदें दी कहंदी आ भी पुत्र जी तू अपने जीवन दे विच इस गुरबाणी नूं वरतदा, पर नहीं कोई विरलियां नूं छड्ड के कोई कोई वरतदा। गुरु कहंदा गुर सतगुर काजो सिख अखाए सो भल के उठ हर नाम ते आवे। गुरु ने कहता भी अमृत वेले उठ के गुरु कोले आया कर, रोज आवो सिख सतगुरु के प्यारो। पर कौन ने जिहड़े सुन के आ गए ना। हाँ एक इदां दा पक्ष जरूर हो सकदा कच्ची बाणी वाला, किदां दा भी जे अगले ने कहता भी असीं तां ठेकिआं ते जाना गा, असीं रात नूं 12 बजे तक 1 बजे तक महफिलां च रहिंदे आ, उही को साडे समाज विच नौजवानां ने लोकां ने शुरू कर दिता। उहदा मतलब उहदा कारण उहदी गल कहण दा विशा की आ इनू असीं समझिआ नहीं है। सो इस करके गुरदेव पातशाह जी कहंदे भाई तू चंगे काम दे विच, चंगे आहार दे विच गुरु नूं पुछ के लग। एक ओंकार सतगुर प्रसाद, श्लोक सूही महला पहला ते घर चौथा। चौथे घर दे विच पहले पातशाह धन गुरु नानक देव महाराज कृपा करदे ने। की कहंदे ने? कहंदे जिन कीया तिन देखिया, जग धंधड़ै लाया। हुण पहले पातशाह जी कहंदे ओ वाहिगुरु परमेश्वर परमात्मा ने ना जिने ये समाज नूं साजिया, उन्हें जग नूं धंधे ते लाया, धंधड़ै लाया, भाव उसे ने ही समाज नूं कित्ते ते लाया, आहार ते लाया। इथों सिद्ध की हुंदा फिर जे परमात्मा ही धंधे ते लाउण वाला, फिर नूं रोस किस गल दा? रब जी नूं गिला किस गल दा भी असीं धंधे ते लागे, जे पुट्ठा काम करदे आ ਉਹ भी रब कराउंदा, जे सिद्धा करदे आ तां ਉਹ भी रब कराउंदा। दोने गल्लां उस परमात्मा ते जुड़ गईयां ने। जाके फिर उस परमात्मा नूं गुरु दे रूप च, शब्द गुरु दे रूप च वार वार कहण दी की जरूरत पैगी? पर इस करके कहना पै गया ना भी जे वाहिगुरू परमात्मा दा हुक्म आ ना भी धुप भी है ते छां भी है, ते वो रब जी दा हुक्म आ रात भी आ ते दिन भी आ। वो मालक जी दा हुक्म आ ना, उहदे हुक्म विच किन्ना कुछ है। नाम के धारे सगले जंत, नाम के धारे खंड ब्रह्मंड। हुण बहुत कुछ है रब जी दे हुक्म विच, पर चेता रखियो दुखी उही हुंदा जिहड़ा हुक्म तो बाहर हो गया। गल असल कित्थे जाके रुकदी आ भी जदों मनुख अपने जीवन दे विच गुरु नूं बाहर कढ देवे। बस गुरु दी लोड़ ना मन्ने, पर गुरु दी लोड़ है।
कल जो कि आपां नूं पता कुछ को संस्थावां ने गुरु ग्रंथ साहिब महाराज जी का पहला प्रकाश दिहाड़ा मनाया। वैसे 1 सितंबर नूं हुंदा। चलो की उन्हां दी मर्जी आ, वो आप जानते ने, खुद असीं उहदे बारे कुछ नहीं कह सकते। पर जिहड़ी गल आपां विचों लैनी है ना, भी पहला प्रकाश गुरु ने दरबार साहब श्री अमृतसर साहब हरमंदर साहब दे विच कीता। जिवें इउं कह लो भी बाबा बुढ़ा जी तो पहला प्रकाश करवाया। आप गुरु साहब लिखण वेले भी हाजिर आ ते जदों पहला प्रकाश किया गया ते पहले प्रकाश वेले भी गुरु साहब आप सन्मुख बैठे ने। इदां गुरु ग्रंथ साहब है ते इत्थे बैठे नेगे। जिहड़ी गल आपां समझनी है विचों उही टू दा पॉइंट लैणागा। हुण गुरदेव पातशाह ने जिक्र की कीता, कहंदे जग धंधड़ा लाया, कहंदे जे माड़े काम करवाउण वाला तां साडी सोच कहिंदी आ उही है, जे चंगे करवाउण वाला तां भी उही आ। पर गुरु साहब जी ने एक सानू आवाज़ दे दित्ती, बोल दे दित्ता, एक शर्त दे दित्ती। शर्त की दित्ती आ? वो शर्त ये दित्ती है गुरबाणी दे विच, गुर शब्द दे विच भी नंबर 1 ते इस धरती ते शब्द आ जिहड़ा वो बड़े लंबे टाइम तो होंद विच आया होया। जिवें आपां बोली जाने ना, एक दूजे नूं अपनी बोली दी समझ आउंदी है। अपने विच कोई दूजी थां तो तीजी थां तो आ जावे, वो जे साडी बोली नहीं जानदा ते वो अपनी बोली च गल करेगा, उहदी गल असीं नहीं समझांगे, साडी गल वो नहीं समझेगा, मुश्किल बन जू। प्रकार ने आ बोलदा वो भी आ ते बोलदे असीं भी आ। ये गल नहीं भी नहीं बोलता, पर बोली नूं ना समझण तो बिना वो साडी बोली नूं समझिया नहीं, असीं उहदी बोली नूं समझे नहीं। हुण जिहड़ी गल गुरु साहब जी कहनी चाहुंदे ने भी भाव मनुख दी जिंदगी च खुआरी कदों शुरू होई आ, जदों बंदा समझिया नहीं। हुण समझण दे लई वो परमात्मा ने ऑप्शनां दे दित्तियां भी आह काम तेरे लई माड़ा ते आह काम तेरे लई चंगा। ये गल नहीं है भी इस संसार दे विचों कालख खत्म हो जाएगी, कालख होवेगी। आपां सारे इस गल नूं जाणू आ ना भी हर एक चीज़ दे विच मैला पाना। सूरज नूं बेशक आपां साडे समाज दे विच देवता मानदे आ लोग, इसे ही समाज दे विच अग दी पूजा कीती जांदी आ। अग दा मूल की है? सूरज। तो हुण मान लो अग आपां छड्ड दो, सूरज वाल निगाह मार लो, सूरज भी मैला, मैला सूर, मैला रवचंद। हुण गुरु साहब जी कहंदे चंद्रमा भी सूरज भी वो भी मैले ने भाई। हुण अपने कोले किहड़ी ऐनक आ, गुरु कोले किहड़ी ऐनक आ जिहड़ा सूरज दा चंद्रमे दा मैलापन वेख लैंदी आ। गुरु साहब ने एक हवाला दे दिता, कहंदे तू रोज ना धुप दे विच रह, काम कर, अपना आम ही सुहाग आ भी आपां कहने धुप्पे जाके बंदा काला हो जांदा। वैसे बंदे दा जिहड़ा वाहिगुरू परमात्मा ने रंग दिता ना वो नहीं बदलदा, पर रंग दे विच मैल आ जांदी आ। कपड़ा गा, कपड़े का जो रंग आ, रंग सेम ही रहेगा, रंग नहीं बदलेगा, पर वो रंग नूं मैल ने ढक लिया। हुण वो रंग जिहड़ा कपड़े दा सी ना, वो कपड़े दे रंग ते मैल चढ़न करके कपड़ा काला दिसण लग गया। इवें जिवें सूरज दी कालख साडे शरीर नूं कुछ दिनां दे विच कालेपन च तब्दील कर दिंदी आ। ते सिद्ध की हो गया भी सूरज विच भी कालख हैगी आ। जिहड़ी गल आपां समझनी चाहुंदे आ भी साडे समाज दे विच इह गल नहीं है भी कालख ना होवे। नदीन पुंगरनगे ही पुंगरनगे। वो तो किसान ते अपने ते डिपेंड आ भी वो किन्नी क राखी रखदा अपनी जमीन दी, किन्ने क नदीन हरे होण दिंदा, किन्ने को नहीं होण दिंदा गा, वो तो उहदे ते अपने ते डिपेंड आ। इसे करके साडे समाज विच गंदलापन रहेगा ही रहेगा। पर गुरु साहब जी कहंदे तू हुक्म मन के, अकाल पुरख वाहिगुरू जी दा हुक्म मन के, भाणा मन के, उहदी रजा विच रहिंदे होइआं तू अपने आप नूं माड़े कम्मां तो बचाउणा सी। हुक्म रजाई चलना सी तैं। खुआरी कित्थे आ? हुक्म विचों टुट के, हुक्म विचों निकल के, इत्थे खुआरी है बस।
ਤਾਈਓ ਗੁਰੂ ਸਾਹਿਬ जी ने कहे ਇਹਦੇ ਵਿੱਚ कोई शक नहीं, परमात्मा ने सब नूं धंधे ते लाया, धंधा काम ते सब नूं लाया, आहार ते सब नूं लाया, पर किसी दा आहार चंगा ते किसी दा आहार वो समाज लई जां परिवार लई जां अपने लई गलत है। पर जिथे गलत आ भावें वो बख्शिश इस संसार दे विच मनुख दे राही है, मनुख च परमात्मा बसदा है, पर फिर भी उहदे तो आपां बचना है, उहदे नाल अपना तालमेल नहीं बनाउणा गा। हुण माँ बाप ने की कहा, पुत्त गुआंढियां नाल बोलना नहीं। हुण कारण की है भी जिहड़े गुआंढी है ना वो साडा नुकसान कर रहे ने, माँ प्यो नूं पता ते उन्होंने अपने पुत्रां नूं, अपने बच्चों नूं, पोतिਆਂ नूं भी वरजता नहीं, इन्हां नाल तुसीं अपना तालमेल नहीं बनाउणा। ते जे बच्चा बनावे तां वो खुआर हुंदा, मापिਆਂ दे आखे लग जावे तां जिंदगी सुरखरू हो जाती है। हुण देखो ये गल नहीं है भी ये संसार दे विच कालापन, मैलापन, माड़ी नीयत वालापन ना होवेगा, पर गुरु साहब जी कहंदे तैं बचना इन्नी कम करना गा। ट्रैफिक चलेगी पर तू वेख गड्डी किस ढंग नाल चलाउणा, मोटरसाइकिल किस ढंग नाल चलाउणा, ये तेरे ते अपने ते आ। अगले ने तां गड्डियां लगाउणियां तेरे कोल दी फुल स्पीड ते लगाउणगे, बचना तैं आ। ठीक है ना। इसे करके गुरु साहब जी कहते वो वाहिगुरु परमात्मा जी का एक निजम आ, वो निजम दे विच सारे संसार नूं, सारे जीवां नूं धंधे विच ला के रखदा, काम विच ला के रखदा गा। जां इउं कह लो थोड़ा जिहा होर अगे आ जाओ आपां, जिथे आपां समाज की गल कीती आ ते उथे साडे शरीर नूं भी गुरु ने एक पिंड दा, एक समाज का रूप दिता। भगत पीपा जी वर्गिਆਂ ने तां इउं भी लिखिया ना कि कहंदे ने, कहंदे जो ब्रह्मंडे, हथ इउं करके कहता भी जो तुसीं ब्रह्मंड विच वेखदे हो सोई पिंडे, कहंदे ओही साडे पिंडे च। पिंडे तो पिंड आपां पिंडा कहते हैं, मेरा पिंडा, पिंडे तो भाव पिंड, पिंड तो भाव घर, शरीर, आ शरीरक तल ते साडा समाज। जो ब्रह्मंडे सोई पिंडे, जो खोजे सो पावै। जिन्हां ने खोज की उन्हां ने फिर इसे ही शरीर विचों बहुत कुछ वेख लिया। हुण एक तां गल आपां ये सुन ली गुरु साहब तो कि गुरु ने परमात्मा ने सारा धंधा किता ये समाज विच दिता, पर किहड़ा किता तैं चुनना, वो मर्जी तेरी आ। शराब बेचनी आ कि अमृत बेचना गा, वो मर्जी अपनी आ। कूड़ करकट बेचना कि अपने वल्लों तू सोना बेचना, ये मर्जी तेरी आ। ठीक है ना। हुण उदों अगे आपां गल कित्थे ले जांदी, अपने शरीर रूपी पिंडे नाल संबंधित। जे ब्रह्मंड विच सेम सब कुछ है ते ओही साडे पिंडे विच है, तां फिर गुरु साहब किस पिंडे दी गल करदे, ये पिंडे दी गल करदे आ। सब धंधड़ा लाया, पैर दी उंगल तो ला के सिर दे बाल तक साडे शरीर दा जिन्ना भी पार्ट है, अंग ने जिन्ने भी साडे शरीर दे अंग आ ना, वो सारे किते विच लगे हुए ने। हत्थां दी अपनी ड्यूटी आ, उंगलां दी अपनी ड्यूटी आ, पैर दियां उंगलां दी अपनी ड्यूटी आ, गिट्टे गोडियां दी अपनी ड्यूटी आ, खून दी अपनी ड्यूटी आ, दिल दी अपनी, गुरदियां दी अपनी। वो बंदे ने थोड़ी फिट कीते ने, बंदे ने थोड़ी फिट के भी दिल बंदे ने पाया ना। चलो ठीक है भी दिल दा इलाज बंदा कर सकदा। ते दूजी गल देखो, मान लो भी साडे शरीर दा कोई हिस्सा खराब हो गया, मान लो मैं अपने ते उदाहरण, मेरा गिट्टा टुट गया, उहदियां गोलियां इदां चलन वालियां ना वो खराब हो गई। ते डॉक्टरां ने की कीता, जिन्हां ने शरीर दी नॉलेज रखी, शरीर बारे जानकारी रखते ने, उन्हां ने इस शरीर चों ही भाव पार्ट कढ़ लिया, हिस्सा थोड़ा बहुता वढ़ लिया, विचों ही कढ़ के ते विच ही फिट कर दिता। इहदा मतलब की हो गया कि वो परमात्मा ने हर एक चीज़ भी विच ही रखती, स्पेयर पार्ट दा समान भी विच ही रख दिता। ते सारे शरीर नूं किते ते लाया वा, जिहड़ी मेन गल आ गई, कोई भी अंग वेला नहीं है, सारे अंगां दी अपनी अपनी जिम्मेवारी, अपनी अपनी ड्यूटी है।
जिमें साडे शरीर के अंगां दी अपनी अपनी जिम्मेवारी अपनी अपनी ड्यूटी है, इवें जिमें साडे संसार दे विच सब चीज़ां दी ड्यूटी आ। हवा दी अपनी ड्यूटी आ, अग दी अपनी ड्यूटी आ, दरख्तां दी अपनी ड्यूटी आ, मिट्टी दी अपनी ड्यूटी आ, आकाश दी अपनी ड्यूटी आ। सब चीज़ां जिथों तक निगाह मारी चलांगे आपां सब दी आपो अपनी ड्यूटी आ। केवल बंदे नूं छड्ड के सब चीज़ां रब दे हुक्म विच ने, परमात्मा दे भै विच ने, ओ अकाल पुरख वाहिगुरू जी दी रजा विच ने। सब कुछ भै विच चलहे लख दरियाओ, भै विच अगन कड्डे विगार, भै विच धरती दब्बी भार, भै विच इंद फिरै सिर भार, भै विच राजे धर्म द्वार। सब कुछ गुरु नानक बाबा जी कहते भै विच ने, मतलब भै मीन जो हुक्म विच ने। हवा इंच भी नहीं हलदी गी जे रब दा हुक्म हो जाए, ते उहदे हुक्म विच हवा भुचाल दे रूप च भी आ जाती है, ਉਹਦੇ ਹੋ ਝੱਖੜ रूप ਵਿੱਚ भी आ जाती है, ਉਹਦਾ हुक्म होवे बिल्कुल बंद भी हो जाती। हुक्म आ ना, हुक्म होवे सूरज बदलावले हो जाएगा, हुक्म होवे पासे हो जाएगा। ये थोड़ी है भी भाव परमात्मा ने नहीं कुछ बनाया, बदल वाई सूरज सब कुछ असीं बनाया ना, ये नहीं हो सकता। ठीक आ भी साडे समाज में तरक्की लोग बड़े ने, वो एक अलग विषय गा। बस आप इस गल नूं समझना, सब कुछ वो परमात्मा ने किते ते लाया, आहर विच लाया। बस केवल बंदा जिहड़ा रब दे हुक्म तो बाहर है, रब दे भै विच नहीं है, वो उहदी रजा विच नहीं तुरदागा। बस आपां दो चीज़ां वल ध्यान मनना रखना गा। एक तां कुदरत दे जिहड़े दिते हुए करिश्मे आ सानूं बाहरी तौर ते, हवा पानी मिट्टी अग आकाश, ये रब दे हुक्म च। इन्हां दे नाल अनेकां संखां ने, होर मतलब अनेकां हिस्से बन गए अगे जाके। दूजी गल अपने पिंडे वल जो ब्रह्मंडे सोई पिंडे, जो साडे पिंडे वाल ने, नगर नगर निगाह मार के वेखांगे साडे शरीर दा जिहड़ा कल्ला कल्ला अंग आ, वो आपो अपने कम च। जिद्दे कोई शरीर दा हिस्सा काम करनों हट जांदा, उहदे शरीर च फल्ट पै जांदा। कोई भी काम करनों हट गया, ठीक है ना, किसी भी मतलब कि भावें निक्का ते भावें वड्डा अंग है, दो पक्ष देख लेने, एक आपां बाहरों देख लिया, एक आपां अपने शरीर वाल देख लिया, निगाह मार ली। हुण अगे की करना, अगे वेखना आपां मध वर्ग दे विच विचाले आ गए असीं साडा मन आ गया, ते जिहड़ा मन आ ना वो बाहरी तौर ते करिश्मे देख के मन दा चंदरा, ते ना वो अंदर निगाह मार के कोई गल मनदा गा, ढीठ हो गया। तैनूं गुरु साहब ने की लिखिया गा, जिन किया तिन देखिया। ये सारा कुछ गुरु ने सानूं दसता भी तू देख, पर असीं नहीं वेख्या, जिन्हें बनाया वो वेख रहा। जिन किया तिन देखिया, जग धंधड़ा लाया, दान तेरा घट चानना तन चंद दी पाया। अगे बड़ी बढ़िया गल कीती है गुरु साहब ने, कहंदे दान दिता भाव वो परमात्मा ने सानू दान दे विच इन्नियां चीज़ां दित्तियां, इन्नियां चीज़ां दित्तियां भी असीं उहदा मुੱਲ नहीं उतार सकते। जिवें आपां पहली पंक्ति की व्याख्या की है ना, इवें इस पंक्ति की व्याख्या होगी। हुण एक गल इत्थे ध्यान च रखियो, एक तां हैगा दान, दान दे नाल आपां पुन्न भी जोड़ दिंदे, आपां आम ही कह दिंदे भी थोड़ा बहुता भाई दान पुन्न करया करो, आपां आम ही कह दिंदे। वैसे गुरबाणी है जिहड़ी वो बड़ी सानू क्लीयर समझाउंदी आ, बंदा कदे भी दान नहीं कर सकदा। भावें कोई सोने दे चमचियां विच भोजन छकदा होवे, विच ना भोजन च सोने दियां भस्मां रला खांदा होवे, इत्थों सिद्ध की हो गया भावें इन्ना अमीर होवे भी सोने दियां भस्मां भोजन रला के खांदा होवे, पर अपने वालों कुछ दान नहीं कर सकदा। जो कुछ दान करना सी वो कीता नहीं, जिहड़ा कुछ दान करना सी वो सोने दे चमचियां विच खाण वाला नहीं, वो एक घाह खोदण वाला भी दान कर सकदा। पर जे गुरु नूं पुछ गए आपां तां
साडा गुरु कौन आ, धुरा कौन आ? गुरु ग्रंथ साहिब महाराज। हुण गुरु ग्रंथ साहिब महाराज जी की विचारधारा दान नूं नहीं मनदी भाई, पर वाहिगुरू भला करे साडे समाज विच सानू किते समझ आ जावे, आपां ओह लफज कट दे। किवें कट्टणे आ? भी अपना लिखिया पैंदा ना भी दानी वीरां दी लिस्ट, हुण ओह कट्टनी क्यों पऊगी? इस करके कट्टनी पऊ भी गुरु दा सिद्धांत कहंदा भी दानी नहीं, ये भाई दसवंध देण वाले वीरां दी लिस्ट है, जिन्हां ने अपनी कमाई दे विचों 10 वंध दिता, 10वां हिस्सा दिता गा। वैसे 10वां हिस्सा कोई भी नहीं दिंदा, सानू साडे रहतनामिਆਂ विच बकायदा हुक्म आ भी सिख ने अपनी कमाई विचों 10वां हिस्सा कढना, पर नहीं 10वां हिस्सा 100 किले मंगर 10 किले बन गया। आपां नूं पता 10 किलियां मंगर 1 किला बन गया, किहड़ा किहदा दिल आगा भी 10 किलियां मंगर 100 रुपये मंगर 10 रुपये बन गए ते 10 मंगर 1 रुपया बन गया। भावें कोई किसी भी थां ते बंदा काम करदा भी छोटे थां ते निगाह मार लो, बड़े ते निगाह मार लो, नहीं साल 6 महीनों बाद कोई मतलब किसी तरह का अपने वालों दसवंध कढ़ दिता, फिर वो साडे हजम नहीं आउंदा, दूजा पक्ष ही बन जाता। चलो वाहिगुरू भला करे, आपां इस गल नूं समझना, दसवंध असीं दिंदे हां पर वो दसवंध गुरु की बख्शिश सदका दिता जाता। असीं कमाई कीती, कमाई की हिम्मत गुरु ने दिती, गुरु ने हिम्मत सदका असीं अपनी कमाई विचों 10वां हिस्सा कढ़ता भले दे लई, पर दान नहीं दे सकते। दान केवल परमात्मा दिंदा, जेड़ा दान देना हुंदा उहदे ते साडा हक नहीं हुंदा। 10वें हिस्से ते जिहड़ी कमाई विचों हिस्सा कढ़िया ना, मान लो भी उते साडा थोड़ा बहुता हक सी भी मेरी कमाई है, मैं अपनी कमाई विचों 10वां हिस्सा कढ़िया, दसवंध कढ़ियागा, वो इदां दा पक्ष है भी उहदे ते साडा थोड़ा बहुता हक है, बहुता नहीं। पर जिहड़ी गल दान दी आ गई, जिथे दान दी गल आ गई ना, ते उथे दान ते तां साडा बिल्कुल ही रत्ती भर भी, रत्ती भी वाला ज्यादा आ, मतलब सूखम तो सूखम भाव चिन्ह अपनी निगाह विच ले आवो, इन्ना क भी साडा हक नहीं है। आपां 10वें पातशाह नूं गल कहने आ पुत्रां दा दानी। साडे इतिहास ने दशमेश पिता नूं की कहा? पुत्रां दा परिवार वारन वाला सरबंस दानी। अच्छा, जे 10वें पातशाह ने परिवार वारिया ना, सरबंस दान कीता, अपने पुत्रां दा दान कीता, पर उन्हें हक नहीं जताया। ते हुण आपां पुछांगे अपने आप नूं भी सानू की पता भी हक नहीं जताया, सानू की मतलब कि समझ आऊगी भी गुरु साहब ने अपना हक मन्निया नहीं। क्योंकि जिस चीज़ ते असीं हक मनदे हैं ना, असीं रोने आ जिद्दे साडे हत्थां विचों निकल जांदी आ। दुनियावी प्यार दी गल कर लो, कच्चा प्यार आ, मतलब जिद्दे वो प्यार टुटदा ना शरीरक तल ते उहदे बंदा भुब्बा मार मार रोंदा। बहुते तां अपने शरीर दी खुदकुशी कर लैंदे ने, मतलब असीं अपना उस चीज़ ते हक दिता पूरा भी मेरी है ये, नहीं गुरु साहब कहंदे तेरी नहीं है। ते हुण 10वें पातशाह वाल आपां निगाह मार गए तां फिर की है? फिर आपां निगाह मारन ते पता लगदा रत्ती भर भी अख विचों पानी नहीं गिरियागा। इत्थों सिद्ध की हुंदा भी उन्हां ने अपने पुत्रां ते अपना हक जताया ही नहीं है। वो की कहते ने, ऐ अल्लाह, ऐ मौला, ये तेरी अमानत थी, अब तुझे तेरे पास, तेरे कोल मतलब कि आ गई, तेरी अमानत सी, तेरे वालों बख्शिश दिता होया, ये फुल सी ते तेरे कोल ही आ गया, इहदे विच मेरा कोई हक नहीं है। 19 सालां दा, 17 सालां दा, 9 सालां दा जां 7 सालां दा सुपना भोग के एक निगाह मार के देख सच्चे पातशाह वो तेरे पास आ चुके ने। चलो कहन तो भाव आपां दशमेश पिता ना दान दा नाम जोड़ दिंदे हाँ भी दानी केवल गुरु गोबिंद सिंह है। ठीक है भी हैगे ने, पर उन्हां ने सब कुछ दान साडे तो कीता, पर अपना हक नहीं जतायागा। बंदा रत्ती भर चीज़ दे के अपना हक जताउंदा, मैं दान दिता, पर असी दानी नहीं हाँ, असी भेटाकार हाँ, असी दसवंध देण वाले हाँ, दसवंध दे सकदे आ, दान नहीं दे सकदे। दान साडा नहीं हुंदा ते दसवंध वो साडी कमाई दा हिस्सा हुंदा, साडा वो भी नहीं हुंदा, पर साडी कमाई दा हिस्सा हुंदागा। पर दान तां साडा बिल्कुल ही नहीं हुंदा। दान वो चीज़ दित्ती जांदी आ जिहनूं भाव आ हत्थ ने दे दित्ता ते इहनूं पता ना होवे।
ਉਹਨੂੰ ਦਾਨ ਮੰਨਿਆ ਜਾਂਦਾ ਗਾ। ਦੂਜੀ ਗੱਲ, ਦਾਨ ਦੇ ਕੇ ਮੁੜ ਕੇ ਉਹ ਚੀਜ਼ ਵਾਪਸ ਨਹੀਂ ਲਈ ਜਾਂਦੀਗੀ, ਮੁੜ ਕੇ ਉਹ ਚੀਜ਼, ਉਹ ਵਸਤੂ ਵਾਪਸ ਨਹੀਂ ਲਈ ਜਾਂਦੀਗੀ। ਇਸ ਕਰਕੇ ਇੱਥੇ ਜ਼ਿਕਰ ਕੀਤਾ ਪਾਤਸ਼ਾਹ ਨੇ, ਦਾਨ ਤੇਰਾ ਘਟ ਚਾਨਣਾ। ਹੁਣ ਪਰਮਾਤਮਾ ਨੇ ਸਾਨੂੰ ਦਾਨ ਚ ਕੀ ਦਿੱਤਾ? ਸੂਰਜ। ਤੇ ਕਦੇ ਰੱਬ ਜੀ ਰੁੱਸਿਆ ਸਾਤੋਂ ਵੀ ਦੁਨੀਆ ਵਿੱਚ ਐਡਾ ਗੰਧਾਲ ਆਇਆ, ਐਡੀ ਬੇਕਾਰ ਦੁਨੀਆ ਹੋਈ ਪਈ ਆ, ਮੈਂ ਸੂਰਜ ਖੋ ਕੇ ਦੁਬਾਰਾ ਲੈ ਜਾਊਂਗਾ, ਮੈਂ ਨਹੀਂ ਹੁਣ ਨਹੀਂ ਦਿੰਦਾ ਸੂਰਜ। ਕਦੇ ਦੇਖਿਆ ਵੀ ਰੱਬ ਰੁੱਸ ਗਿਆ? ਠੀਕ ਹੈ ਵੀ ਆਪਾਂ ਗੱਲ ਇਦਾਂ ਜੋੜ ਲੈਂਦੇ ਆ ਵੀ ਭਾਈ ਸਾਡੇ ਤਾਂ ਐਡਾ ਕਹਿਰ ਵਾਪਰਿਆ, ਐਡਾ ਕਹਿਰ ਵਾਪਰਿਆ, ਸਾਡੇ ਨਾਲ ਤਾਂ ਰੱਬ ਰੁੱਸ ਗਿਆ। ਨਾ ਨਾ ਨਾ, ਕਾਹਨੂੰ ਰੁੱਸਿਆਗਾ? ਜੇ ਉਹ ਰੁੱਸ ਗਿਆ ਨਾ ਫਿਰ ਤਾਂ ਆਪਾਂ ਨੂੰ ਪਤਾ ਗੜਬੜ ਵਾਲੀ ਵੱਡੀ ਹੋ ਜਾਊਗੀ। ਉਹ ਤਾਂ ਰੁੱਸਦਾ ਹੀ ਨਹੀਂਗਾ, ਉਹਨੂੰ ਤਾਂ ਰੁੱਸਣਾ ਹੀ ਨਹੀਂ ਆਉਂਦਾਗਾ, ਉਹਨੂੰ ਤਾਂ ਮੂੰਹ ਮੋਟਾ ਕਰਨਾ ਆਉਂਦਾ ਨਹੀਂ ਭਾਈ। ਹੁਣ ਸੱਚੇ ਪਾਤਸ਼ਾਹ ਜੀ ਇੱਥੇ ਇਸ਼ਾਰਾ ਕੀ ਕਰਦੇ ਨੇ? ਪਰਮਾਤਮਾ ਨੇ ਜਿਹੜੇ ਆਪਾਂ ਪਹਿਲੀ ਪੰਕਤੀ 'ਚ ਇਸ਼ਾਰੇ ਲਿੱਤੇ ਸੀ ਉਹੀ ਫਿਰ ਇੱਥੇ ਪਰਮਾਤਮਾ ਨੇ ਹਵਾ ਦਿੱਤੀ, ਪਰਮਾਤਮਾ ਨੇ ਸੂਰਜ ਚੰਦਰਮਾ, ਪਰਮਾਤਮਾ ਨੇ ਧਰਤੀ, ਪਰਮਾਤਮਾ ਨੇ ਸਾਨੂੰ ਕੀ ਕੁਛ ਦਿੱਤਾ। ਕੁਦਰਤ ਦੇ ਕਰਿਸ਼ਮਿਆਂ ਵੱਲ ਨਿਗਾਹ ਮਾਰ ਕੇ ਵੇਖੋ, ਤੇ ਕਦੇ ਉਹਨੇ ਖੋਇਆ ਨਹੀਂ ਹੈ ਵੀ ਅੱਜ ਤੋਂ ਬਾਅਦ ਮੈਂ ਬੰਦੇ ਨੂੰ ਹਵਾ ਨਹੀਂ ਦਿੰਦਾਗਾ। ਕਦੇ ਰੁੱਸਿਆ ਰੱਬ? ਅੱਜ ਤੋਂ ਬਾਅਦ ਮੈਂ ਸੂਰਜ ਨਹੀਂ ਦਿੰਦਾਗਾ, ਅੱਜ ਤੋਂ ਬਾਅਦ ਮੈਂ ਨਾ ਬੱਦਲ ਨਹੀਂ ਪਾਉਂਦਾ। ਮੀਂਹ ਪਾਇਆ ਪਰਮੇਸ਼ਰ ਪਾਇਆ, ਇਹ ਵੀ ਰੱਬ ਦੀ ਦਾਤ ਆ ਨਾ, ਮੀਂਹ ਪਾਉਣਾ ਸਾਡੇ ਹੱਥ 'ਚ ਥੋੜੀ ਆ। ਠੀਕ ਆ ਵੀ ਹੁਣ ਲੋਕ ਥੋੜੇ ਸਿਆਣੇ ਹੋ ਗਏ, ਸਮਝਦਾਰ ਹੋ ਗਏ, ਜੱਗ ਜੁਗ ਜੇ ਘਟ ਗਏ। ਅੱਗੇ ਬੜਾ ਲੋਕ ਜੱਗ ਜੁਗ ਜੇ ਕਰਦੇ, ਕਹਿੰਦੇ ਮੀਂਹ ਪਵਾਵਾਂ, ਕਹਿੰਦੇ ਕਿਹਨੂੰ ਮਨਾਉਣਾਗਾ? ਕਹਿੰਦੇ ਇੰਦਰ ਨੂੰ ਮਨਾਉਣਾਗਾ। ਲੈ ਇੰਦਰ ਨੂੰ ਤਾਂ ਰੱਬ ਹੀ ਨਹੀਂ ਜਾਣਦਾ, ਕੌਣ ਇੰਦਰ ਕੌਣ ਨਹੀਂ ਹੈਗਾ, ਅਸੀਂ ਕਹਿੰਦੇ ਆ। ਚਲੋ ਵਾਹਿਗੁਰੂ ਭਲਾ ਕਰੇ ਵੀ ਸਾਰਾ ਕੁਝ ਇਹ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਦਿੱਤੀਆਂ ਹੋਈਆਂ ਉਹਦੀਆਂ ਦਾਤਾਂ ਦਾਨ ਦੇ ਰੂਪ ਚ ਨੇ, ਕਦੇ ਉਹ ਵਾਪਸ ਨਹੀਂ ਲੈ ਕੇ ਜਾਂਦਾਗਾ, ਕਦੇ ਵੀ। ਇਹ ਕੁਦਰਤ ਦੇ ਕਰਿਸ਼ਮੇ, ਠੀਕ ਹੈ ਨਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ। ਕਹਿੰਦੇ ਜਿਹੜਾ ਫਿਰ ਦਾਨ ਉਹ ਪਰਮਾਤਮਾ ਦੇ ਦਿੰਦਾ, ਉਹ ਭਾਈ ਚੰਦ ਵਾਂਗੂ ਚਮਕਦਾ, ਉਹ ਕਦੇ ਨਾ ਉਹਦਾ ਪ੍ਰਕਾਸ਼ ਮੱਧਮ ਨਹੀਂ ਹੁੰਦਾਗਾ। ਹੋਰ ਗੱਲ ਦੇਖੋ, ਆਪਾਂ ਜਿੰਨੀ ਮਰਜ਼ੀ ਵੱਡੀ ਨਾ ਕੁਆਲਿਟੀ ਦੀ ਮੰਨ ਲਓ ਵੀ ਅਸੀਂ ਆਪਣੇ ਵੱਲੋਂ ਇੰਨਾ ਜ਼ੋਰ ਲਾਇਆ, ਇੰਨਾ ਜ਼ੋਰ ਲਾਇਆ ਵੀ ਕੀ ਕਹਿ ਦਿੱਤਾ ਵੀ ਆਹ ਏਡੀ ਵੱਡੀ ਅਸੀਂ ਟਿਊਬ ਵੱਲਭ ਕੋਈ ਇਸ ਤਰ੍ਹਾਂ ਦੀ ਸਰਚ ਲਾਈਟ ਲਿਆ ਕੇ ਲਾ ਦਿੱਤੀ ਆ, ਤੇ ਇਹਦਾ ਚਾਨਣ ਮੱਧਮ ਨਹੀਂ ਹੁੰਦਾ, ਇਹਦਾ ਚਾਨਣ ਕਦੇ ਵੀ ਨਹੀਂ ਘਟੇਗਾ। ਪਰ ਨਹੀਂ, ਇੱਕ ਦਿਨ ਉਹ ਆਉਂਦਾ ਜਿਹੜਾ ਬਲਬ ਨਾ, ਜਿਹੜੀ ਟਿਊਬ ਚਾਨਣ ਵਾਲੀ ਸਾਧਨ ਕੋਈ ਇਦਾਂ ਦਾ ਲਾਇਆ ਸੀ ਵੀ ਇਹਦਾ ਚਾਨਣ ਘਟਦਾ ਨਹੀਂ, ਲਿਖ ਕੇ ਦਿੱਤਾ ਅਗਲੇ ਨੇ ਕਾਗਜ਼ ਤੇ ਵੀ ਇਹਦਾ ਚਾਨਣ ਮੱਧਮ ਨਹੀਂ ਪੈਂਦਾ। ਸਮਾਂ ਪਾ ਕੇ 6 ਮਹੀਨੇ ਸਾਲ ਤੱਕ ਉਹਦਾ ਚਾਨਣ ਆ ਜਿਹੜਾ ਮੱਧਮ ਪੈ ਜਾਂਦਾ। ਜਿਸ ਦਿਨ ਲਾਈ ਆ ਨਾ ਉਸ ਦਿਨ ਬੜਾ ਚਾਨਣ ਸੀ, ਫਿਰ ਘਟਣਾ ਸ਼ੁਰੂ ਹੋ ਗਿਆ, ਘਟਦਾ 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 ਇੱਕ ਦਿਨ ਬਿਲਕੁਲ ਘਟ ਗਿਆ। ਇਉਂ ਕਹਿ ਲੋ ਆਪਣੀ ਮਨਿਆਦ ਲੰਘਣ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਖਤਮ ਵੀ ਕਰ ਲਿਆ। ਤੇ ਡਾਕਟਰ ਆਪਣਾ ਮਿਸਤਰੀ ਕਹਿੰਦਾ ਜੀ ਇਹਦੀ ਮਨਿਆਦ ਲੰਘ ਗਈ, ਇਹਦੀ ਗਰੰਟੀ ਲੰਘ ਗਈ, ਤਾਈਓ ਖੜ ਗਈ। ਇਹ ਚ 2 ਪੁਆਇੰਟ ਬਣ ਗਏ, ਇੱਕ ਤਾਂ ਮਨਿਆਦ ਲੰਘਣ ਤੇ ਖੜ ਗਈ, ਉਹ ਵੱਲਭ ਟਿਊਬ ਮੱਚ ਗਈ, ਦੂਜਾ ਉਹਦਾ ਚਾਨਣ ਮੱਧਮ ਪੈ ਗਿਆ। ਹੁਣ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਦਿੱਤਾ ਸੂਰਜ, ਦਿੱਤਾ ਨਾ, ਤੇ ਕਦੇ ਉਹਦਾ ਚਾਨਣ ਘਟਿਆ? ਨਿਗਾਹ ਮਾਰ ਕੇ ਵੇਖੋ, ਨਹੀਂ ਘਟਿਆ ਨਾ। ਕਦੇ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਦਿੱਤਾ ਚੰਦਰਮਾ, ਤੇ ਕਦੇ ਚੰਦਰਮੇ ਦਾ ਚਾਨਣ ਘਟਿਆ? ਮੱਧਮ ਪੈ ਗਿਆ। ਹਜ਼ਾਰਾਂ ਸਾਲ, ਲੱਖਾਂ ਸਾਲ, ਕਰੋੜਾਂ ਸਾਲ, ਸਾਨੂੰ ਨਹੀਂ ਪਤਾ। ਅਰਬ ਨਰਬ ਧੰਦੂ ਧਾਰਾ, ਧਾਰਨ ਨਾ ਹੁਕਮ ਗਗਨ ਅਪਾਰਾ। ਭਾਵ ਇੰਨਾ ਟਾਈਮ ਹੋ ਗਿਆ ਵੀ ਜਿਹਦੀ ਗਿਣਤੀ ਕੋਈ ਨਹੀਂ। ਚੰਦਰਮੇ ਦਾ ਚਾਨਣ ਵੀ ਨਹੀਂ ਘਟਿਆ ਤੇ ਸੂਰਜ ਦਾ ਚਾਨਣ ਵੀ ਨਹੀਂ ਘਟਿਆਗਾ। ਇਹ ਆ ਪਰਮਾਤਮਾ ਦੇ ਕਰਿਸ਼ਮੇ। ਵਿੱਚ ਕਹਿੰਦੇ ਨਾ ਰੱਬ ਹੈ ਹੀ ਨਹੀਂਗਾ, ਸਭ ਕੁਝ ਬੰਦਾ ਹੀ ਆ। ਹੁਣ ਇੱਥੇ ਲਾਉਂਦਾ ਜੇ ਵੀ ਰੱਬ ਦਾ ਕੀਤਾ ਕਿ ਬੰਦੇ ਦਾ ਕੀਤਾਗਾ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਇੱਕ ਤੈਨੂੰ ਚਾਨਣ ਦੇ ਕੇ ਜਾਊਂਗਾ, ਇੱਕ ਤੈਨੂੰ ਮੈਂ ਚੰਦ ਦੇ ਕੇ ਜਾਊਂ, ਚੰਦਰਮਾ ਦੇ ਕੇ ਜਾਊਂਗਾ, ਜੇ ਤੂੰ ਸੰਭਾਲ ਲਵੇਂ। ਜਿਹੜਾ ਚੰਦਰਮਾ ਮੈਂ ਤੈਨੂੰ ਦੇ ਕੇ ਜਾਊਂਗਾ, ਗੁਰੂ ਸਾਹਿਬ ਜੀ ਕਹਿੰਦੇ ਉਹਦਾ ਚਾਨਣ ਨਹੀਂ ਕਦੇ ਘਟਦਾ। ਚਲੋ ਆਪਾਂ ਸਾਰੇ ਰਲ ਮਿਲ ਕੇ ਮੰਗ ਲਓ, ਪਾਤਸ਼ਾਹ ਨੂੰ ਕਹਿ ਦੋ ਵੀ ਸੱਚੇ ਪਾਤਸ਼ਾਹ ਸਾਨੂੰ ਚੰਦਰਮਾ ਦੇ ਦੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਆ ਜਾ ਵੀ ਜੇ ਤੇਰੀ ਭਾਵਨਾ ਨਾ ਲੈਣ ਦੀ ਤੇ ਤੂੰ ਲੈ ਲਾ। ਹੁਣ ਆਪਾਂ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਆ, ਬਲਹਾਰੀ ਗੁਰ ਆਪਣੇ ਦਿਓਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਇੱਕ ਤਾਂ ਉਹ ਵਾਹਿਗੁਰੂ ਪਰਮਾਤਮਾ ਜਦੋਂ ਕਹਿੰਦਾ ਤੇਰੀ ਲੈਣ ਦੀ ਅਵਸਥਾ ਨਾ,
ਜਦੋਂ ਤੇਰੀ ਲੈਣ ਦੀ ਅਵਸਥਾ ਗਈ ਉਦੋਂ ਤੇਰਾ ਸੁਭਾਅ ਦੇਵਤਿਆਂ ਵਰਗਾ ਹੋਣਾ ਚਾਹੀਦਾ। ਦੇਵਤੇ ਤੋਂ ਭਾਵ ਸੰਗਿਆ ਕੀ ਹੈ? ਦੀਵਾ। ਦੀਵੇ ਤੋਂ ਭਾਵ ਅੱਗੇ ਵੰਡਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਦਾਤ ਮਿਲ ਗਈ ਤੇ ਉਹਨੂੰ ਆਪਣੇ ਕੋਲ ਕਬਜ਼ੇ 'ਚ ਕਰਕੇ ਰੱਖ ਲਵੇਂ, ਨਾ, ਇਹ ਨਹੀਂ ਹੋਊਗਾ। ਇੱਕ ਮੈਂ ਇੱਥੇ ਵਿੱਚ ਦੀ ਗੱਲ ਹੋਰ ਕਹਾਂ, ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਸ਼ਬਦ ਆ ਨਾ, ਜਿਹੜਾ ਸ਼ਬਦ ਇਹ ਸਾਡੇ ਸਮਾਜ ਦੇ ਵਿੱਚ ਜਦੋਂ ਦਾ ਬੰਦਾ ਆਇਆ ਉਦੋਂ ਦਾ ਹੀ ਆ, ਜਦੋਂ ਦੇ ਜਾਨਵਰ ਬਣੇ ਉਦੋਂ ਦਾ ਹੀ ਆ ਸ਼ਬਦ। ਪਰ ਗੁਰੂ ਕਿੱਦੇ ਬਣਿਆ? ਗੁਰੂ 1469 ਵਿੱਚ ਜਦੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਨਾ, ਤੇ ਜਦੋਂ ਸਿੱਧਾਂ ਨਾਲ ਗੋਸ਼ਟੀ ਹੋਈ ਆ ਪਾਤਸ਼ਾਹ ਜੀ, ਉਹਦੇ ਗੁਰੂ ਬਣਿਆ। ਪਹਿਲਾਂ ਸ਼ਬਦ ਸ਼ਬਦ ਹੀ ਆ, ਗੁਰੂ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਅਨੇਕਾਂ ਧਾਰਮਿਕ ਗ੍ਰੰਥਾਂ ਵੱਲ ਨਿਗਾਹ ਮਾਰੀ। ਨਿਗਾਹ ਮਾਰਨ ਤੋਂ ਭਾਵ ਵਿਚਾਰ ਕੀਤੀ। ਇੱਕ ਵੀ ਧਾਰਮਿਕ ਗ੍ਰੰਥ ਦੇ ਵਿੱਚ ਅਜਿਹਾ ਹਵਾਲਾ ਨਹੀਂ ਮਿਲਦਾ ਜਿੱਥੇ ਸ਼ਬਦ ਨੂੰ ਗੁਰੂ ਕਿਹਾ ਜਾਂਦਾ ਹੋਵੇ, ਸ਼ਬਦ ਨੂੰ ਚਾਨਣ ਕਿਹਾ ਜਾਂਦਾ ਹੋਵੇ। ਪਰ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਧਾ ਨੇ ਪੁੱਛਿਆ ਨਾ ਤੇਰਾ ਗੁਰੂ ਕੌਣ ਆ, ਉਸ ਦਿਨ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਜਿਹੜਾ ਸ਼ਬਦ ਗੁਰੂ ਆ ਨਾ, ਇਹ ਸਰੀਰ ਦਾ ਗੁਰੂ ਨਹੀਂ, ਇਹ ਸੁਰਤ ਦਾ ਗੁਰੂ ਹੈਗਾ, ਤੇ ਸੁਰਤ ਇਹਦੀ ਚੇਲੀ ਆ। ਸੁਰਤ ਨਾਲ ਅਟੈਚਮੈਂਟ ਬਣਾਤੀ ਸ਼ਬਦ ਦੀ। ਸ਼ਬਦ ਕੀ ਹੈ? ਇੱਕ ਪ੍ਰਕਾਸ਼ ਹੈ, ਗਿਆਨ ਹੈ। ਇਹ ਮੱਧਮ ਨਹੀਂ ਹੁੰਦਾ। ਜਿੱਥੇ ਆਪਾਂ ਮੰਗ ਮੰਗੀਏ ਨਾ, ਸੂਰਜ ਨਹੀਂ ਮੱਧਮ ਹੁੰਦਾ, ਚੰਦਰਮਾ ਨਹੀਂ ਮੱਧਮ ਹੁੰਦਾ। ਬਾਬਾ ਨਾਨਕ ਕਹਿੰਦਾ ਮੈਂ ਤੈਨੂੰ ਅਜਿਹਾ ਸੂਰਜ ਦੇਵਾਂਗਾ, ਉਹ ਕਦੇ ਮੱਧਮ ਨਹੀਂ ਹੋਵੇਗਾ। ਕਿ ਭਗਤ ਜੈਦੇਵ ਜੀ ਦਾ 1170 ਦੇ ਵਿੱਚ ਜਨਮ ਹੋਇਆ, 13ਵੀਂ ਸਦੀ ਦੇ ਵਿੱਚ, ਤੇ ਬਾਬੇ ਨਾਨਕ ਦਾ ਜਨਮ 1469 ਵਿੱਚ ਹੁੰਦਾ, 15ਵੀਂ ਸਦੀ ਵਿੱਚ। ਤੇ ਬਾਬੇ ਨਾਨਕ ਨਾਲੋਂ ਭਗਤ ਫਰੀਦ, ਭਗਤ ਜੈਦੇਵ ਵਰਗਿਆਂ ਦਾ ਜਨਮ ਪਹਿਲਾਂ ਹੋਇਆ। ਸ਼ਬਦ ਉਦੋਂ ਵੀ ਸੀ, ਪਰ ਉਦੋਂ ਸ਼ਬਦ ਨੂੰ ਗੁਰੂ ਦਾ ਖਿਤਾਬ ਨਹੀਂ ਸੀ ਮਿਲਿਆ। ਹੁਣ ਬਾਬੇ ਨਾਨਕ ਨੇ ਵੇਖ ਲਿਆ ਫਰੀਦ ਦੇ ਬੋਲ ਬੜੇ ਵਧੀਆ ਨੇ, ਜੈਦੇਵ ਦੇ ਬੋਲ ਬੜੇ ਵਧੀਆ ਨੇ, ਪਰ ਹਨ ਉਹਨਾਂ ਦੇ ਘਰ ਤੱਕ ਸੀਮਤ। ਚਾਨਣ ਹੈ ਪਰ ਕੇਵਲ ਘਰ 'ਚ ਆ, ਉਹ ਚਾਨਣ ਬਾਹਰ ਨਹੀਂ ਜਾਂਦਾਗਾ। ਬਾਹਰ ਕੰਧਾਂ ਹੀ ਇੰਨੀਆਂ ਉੱਚੀਆਂ ਨੇ, ਚਾਨਣ ਨੂੰ ਬਾਹਰ ਨਹੀਂ ਕੱਢਿਆ ਜਾਂਦਾ। ਕਿਉਂ ਮੰਨਿਆ ਗਿਆ? ਕੁਛ ਕਿਉਂ ਦੇਖਿਆ ਗਿਆ? ਬਾਬੇ ਨਾਨਕ ਨੂੰ ਇਹ ਚੀਜ਼ ਦਾ ਦੇਖਣ ਦੀ ਲੋੜ ਪਈ। ਰਮਾਇਣ 5000 ਮੰਨ ਲਓ ਟਾਈਮ ਪਹਿਲਾਂ ਬੜੇ ਲਿਖਤੀ, ਵਾਲਮੀਕ ਨੇ ਲਿਖਤੀ, ਆਪਾਂ ਮੰਨਦੇ ਹਾਂ। ਇਹਨਾਂ ਦੀਆਂ ਲਿਖਤਾਂ ਕਹਿੰਦੀਆਂ ਵਾਲਮੀਕ ਨੇ ਰਮਾਇਣ ਲਿਖੀ ਆ, ਪਰ ਕਦੇ ਦੇਖਿਆ ਵਾਲਮੀਕ ਦੀ ਰਮਾਇਣ ਕਿਹੜੇ ਮੰਦਿਰ 'ਚ ਪ੍ਰਕਾਸ਼ ਆ? ਨਿਗਾਹ ਮਾਰੀ ਨਹੀਂ। ਚਲੋ ਮਾਫ ਕਰਨਾ, ਉਹ ਆਪਣਾ ਵਿਸ਼ਾ ਨਹੀਂ ਹੈ। ਇਹ ਉੱਪਰਲੇ ਲੈਵਲ ਦੀਆਂ ਗੱਲਾਂ ਨਹੀਂਆਂ। ਕਦੇ ਦੇਖਿਆ ਵੀ ਵਾਲਮੀਕ ਦੀ ਰਮਾਇਣ ਲਿਖੀ ਹੋਈ ਕਿਸ ਮੰਦਰ ਕਿਸ ਥਾਂ ਤੇ ਪ੍ਰਕਾਸ਼ ਆ? ਨਹੀਂ ਨਿਗਾਹ ਮਾਰੀ। ਨਾ ਨਿਗਾਹ ਮਾਰੀ ਆ, ਨਾ ਲੋੜ ਪਈ ਆ, ਤੇ ਨਾ ਸਾਨੂੰ ਲੋੜ ਜ਼ਰੂਰਤ ਹੈ। ਇੱਕ ਗੱਲ। ਅੱਛਾ ਚਲੋ ਮੰਨ ਲਓ ਰਮਾਇਣ ਨਹੀਂ ਮਾੜੀ, ਰਮਾਇਣ ਨਹੀਂ ਮਾੜੀ, ਪਰ ਰਮਾਇਣ ਆਪਾਂ ਨੂੰ ਪਤਾ ਅਕਬਰ ਵੇਲੇ ਇੱਕ ਤੁਲਸੀਦਾਸ ਹੋਇਆਗਾ, ਉਹਨੇ ਰਮਾਇਣ ਲਿਖਾਈ ਦੁਬਾਰੇ, ਭਾਵ ਜਿਹੜੀ ਪਹਿਲਾਂ ਲਿਖੀ ਉਹ ਰੱਦ ਕਰਤੀ ਇਹਨਾਂ ਨੇ ਅਗਲਿਆਂ ਨੇ। ਜਿਹੜੀ ਉਦੋਂ ਬਾਅਦ ਚ ਉਹ ਗਪੌੜ ਰਮਾਇਣ ਲਿਖਾ ਲਈ, ਤੇ ਉਹ ਗਪੌੜ ਰਮਾਇਣ ਅੱਜ ਪ੍ਰਕਾਸ਼ ਹੈ ਮੰਦਿਰਾਂ 'ਚ। ਕਿਉਂ? ਕਿਉਂਕਿ ਇੱਕ ਪੁਜਾਰੀ ਬ੍ਰਾਹਮਣ ਨੇ ਲਿਖਵਾਈ ਆ, ਤੇ ਉਹ ਵਾਲਮੀਕ ਨੂੰ ਮੰਨਿਆ ਜਾਂਦਾ ਸੀ। ਉਹ ਕਹਿੰਦੇ ਨੀਵੀਂ ਜਾਤ ਸ਼ੂਦਰ ਜਾਤ ਨਾਲ ਸੰਬੰਧਤ ਅਸੀਂ, ਕਹਿੰਦੇ ਉਹਦੀ ਰਮਾਇਣ ਨਹੀਂ, ਆਹ ਰਮਾਇਣ ਅਸੀਂ ਮੰਦਿਰਾਂ 'ਚ ਪ੍ਰਕਾਸ਼ ਕਰਾਂਗੇ। ਵਾਹਿਗੁਰੂ ਭਲਾ ਕਰੇ। ਸਮਾਂ ਪਾ ਕੇ ਰਲ ਗੱਡ ਹੋ ਗਿਆ। ਹੁਣ ਜਿਹੜੀ ਆਪਾਂ ਨੂੰ ਪਤਾ ਵੀ ਗੀਤਾ ਗੀ ਨਾ, ਉਹਦਾ 8000 ਸ਼ਲੋਕ ਆ ਪੁਰਾਣੀ ਦਾ। ਪੁਰਾਣੀ ਗੀਤਾ ਦਾ 8000 ਸ਼ਲੋਕ ਆ, ਤੇ ਜਿਹੜੀ ਅੱਜ ਆ ਗਈ ਉਹ ਗੀਤਾ ਦਾ 24000 ਸ਼ਲੋਕ ਆ। ਤੇ ਚੇਤਾ ਰੱਖਿਓ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਇੱਕ ਸ਼ਬਦ ਇੰਨੇ ਸੋਹਣੇ ਢੰਗ ਨਾਲ ਬਾਬੇ ਨਾਨਕ ਨੇ ਚੰਦ ਵਾਂਗ, ਸੂਰਜ ਵਾਂਗ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਰੋਸ ਕੇ ਰੱਖਿਆ। ਇੱਕ ਨਾ ਘਟੇ ਤੇ ਨਾ ਵਧੇ। ਜਿੱਥੇ ਲੋੜ ਪਏਗੀ ਨਾ ਵੀ ਇੱਥੇ ਕੋਈ ਗੜਬੜ ਕਰਦਾ, ਤੇ ਉੱਥੇ ਗੁਰੂ ਨੇ ਸਟੈਂਡ ਲੈਤਾ। ਜੇ ਦੇਖਿਆ ਨਾ ਮੇਰੇ ਘਰ ਦੇ ਵਿੱਚ ਰਾਮ ਰਾਏ, ਭਾਵੇਂ ਮੇਰਾ ਪੁੱਤਰ ਹੈਗਾ, ਸੱਤਵੇਂ ਪਾਤਸ਼ਾਹ ਵੇਖਦੇ ਆ ਨਾ, ਭਾਵੇਂ ਪੁੱਤਰ ਆ, ਰਾਮ ਰਾਏ ਗੜਬੜ ਕਰਦਾ ਨਾ, ਤੇ ਭਾਵ ਉੱਥੇ ਸਟੈਂਡ ਲੈ ਲਿਆ, ਕਹਿੰਦਾ ਘਰੋਂ ਨਿਕਲ ਜਾ। ਮਤਲਬ ਕਹਿਣ ਤੋਂ ਗੁਰੂ ਕੀ ਪਾਵਨ ਬਾਣੀ 'ਚ ਰੱਤੀ ਭਰ ਵੀ ਏਰ ਫੇਰ ਨਹੀਂ। ਫਿਰ ਉਹ ਗੁਰੂ ਕੀ ਬਾਣੀ ਸਾਨੂੰ ਦੀਵਾ ਦਿੰਦੀ ਆ। ਦੀਵਾ ਮੀਨਜ਼ ਚੰਦਰਮਾ ਦਿੰਦੀ ਆ ਸਾਨੂੰ, ਉਹ ਪ੍ਰਕਾਸ਼ ਦਿੰਦੀ ਹੈ। ਫਿਰ ਪਾਤਸ਼ਾਹ ਨੇ ਕੀ ਲਿਖਿਆਗਾ? ਪਾਤਸ਼ਾਹ ਜੀ ਕਹਿੰਦੇ ਫਿਰ ਬਾਣੀ ਨੂੰ ਜਦੋਂ ਤੂੰ ਆਵੇਂਗਾ ਨਾ, ਪੜ੍ਹੇਂਗਾ, ਸੁਣੇਗਾ, ਵਿਚਾਰੇਂਗਾ, ਥੋੜੀ ਜਿਹੀ ਤੇਰੇ ਵਿੱਚ ਨਿਮਰਤਾ, ਸਹਿਜ, ਟਿਕਾ ਹੋਣਾ ਜ਼ਰੂਰੀ ਆ। ਮੰਗਤੇ ਵਰਗਾ ਸੁਭਾਅ ਹੋਣਾ ਜ਼ਰੂਰੀ ਆ।
बलहारी गुर अपने दिहाड़ी सदवार जिन मानस ते देवते किए करत ना लागी वार। फिर अगला जिहड़ा पॉइंट है ना, जे 100 चंदा उगवेहे सूरज चढ़े 1000 एते चानण होंदियां। फिर अगे की लिखिया, गुरविन घोर अंधार। भट्टा ने की लिखिया, गुरविन घोर अंधार गुरु बिन समझ ना आवे। ते आपां नूं पता 1581 विच भट्ट गुरु कोले आ गए सी ते आके की कहता, सच्चे पातशाह असीं किते नहीं जाना। इदों बाद भट्ट ते नट विच अंतर की आ? नट पैसे करके नचदा ते भट्ट दिल दे विचों प्यार विच नचदे ने। फर्क आ ना, एक प्यार एक थां ते मतलब आ। हुण जिहड़े नट ने उह स्टेजां ते नच्ची जांदे अज भी। ਉਹ ਆਪਾਂ ਗੱਲ ਪਹਿਲਾਂ ਕੀਤੀ ਆ ਵੀ अगले ने ਤਾਂ ਭਾਈ ਸਾਨੂੰ ਕਹਿਣਾ ਹੀ ਹੈਗਾ ਵੀ ਹਥਿਆਰ ਚੱਕੋ, ਨਸ਼ੇ ਖਾਓ, ਇਦਾਂ ਦੇ ਬੈਲਪਣੇ ਕਰੋ। ਗੱਲ ਸਾਡੇ ਨੌਜਵਾਨਾਂ ਨੇ ਅਪਣਾ ਲਈ ਤੇ ਜਿਹੜੀ ਗੁਰੂ ਕਹਿੰਦਾ ਉਹਨੂੰ ਕਿੱਦੇ ਮੰਨਾਂਗੇ ਆਪਾਂ? ਉਹ ਨਹੀਂ ਮੰਨਣੀਗੀ। वो तो मन ली ना, जो उन्हें कहता हथियार लियो ते बापू भावें बिल्कुल डाउन आ ते बच्चा कहना मैं तो हथियार लियाउणा ही लियाउणा गा। वाहिगुरू भला करे। इस करके साहब सच्चे पातशाह जी कहते, आ फिर मैं तैनूं चानण दी दात देवां, सूरज दी दात देवां, प्रकाश दी दात देवां। फिर गुरु पातशाह जी कहते, हुण पुत्र जी अपने हिरदे रूपी बर्तन नूं ना, तिजोरी नूं तू खोल लै, इस भांडे नूं खोल लै ते इस भांडे विच मैं चानण पावांगा ते ओह चानण तै अगे वंडणा। हुण मन लो ये चानण आ ना जिहड़ा साडे घर ते बल्ब लगेगा, जे उहनूं आपां विचाले कांधे ला दईए ना, उसे चानण च गुआंढी भी काम कर लैणगे, उसे चानण च असीं भी काम कर लांगे। पर साडे अंदर दी बेईमानी है ना, उन्हां दे घरे चानण नहीं जाना चाहिदा। अपना बल्ब नीवा लाओ भाई, ना उधर नहीं चानण जाना चाहिदा। वो साडी भावना, पर वो बल्ब नहीं कहंदा, वो बल्ब विच आ रहा प्रकाश नहीं कहंदागा भी मैं गुआंढियां दे घर दे विच प्रकाश देण तो मना करदा, मैं नहीं उधरले पासे प्रकाश देवांगा, अपना चानण देवांगा। नहीं, गुरु कहंदा जदों तेरे अंदर चानण पैदा हो गया ना, फिर ये चानण नूं तूं अगे वंडी। ये वो चानणा जिहड़ा वारी तौर ते सूरज वांग चंद्रमे वांग कदे मध्यम नहीं हुंदा ते कदे फ्यूज नहीं हुंदागा, कदे फ्यूज ते कदे मध्यम नहीं होवेगा। हाँ, इत्थे गल जरूर हो सकदी है, तू वरते भावें ना वरते, वो मर्जी तेरी आ। जे हुण वरतिया नहीं, वो गलती साडी आ। ਉਹ ਚਾਨਣ ਦੇ ਹੇਠ ਰਹੇ ਨਹੀਂ, ਉਹ ਗਲਤੀ ਸਾਡੀ ਆ। ਪਰ ਗੁਰੂ ਤਾਂ 550 ਸਾਲ ਪਹਿਲਾਂ ਬਲਬ ਲਾਈ ਬੈਠਾਗਾ। ਆ ਜਾਓ, ਇਹ ਬਲਬ ਲੈ ਜਾਓ, ਚਾਨਣ ਲੈ ਜਾਓ ਤੇ ਅੱਗੇ ਵੰਡ ਦਿਓ ਤੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਓ। ਠੀਕ ਹੈ ਨਾ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਉਹ ਚਾਨਣਾ ਭਾਈ ਜੀ ਤੇ ਲੱਖਾਂ ਸੂਰਜ ਚੰਦਰਮੇ ਮੁਕਾਬਲਾ ਨਹੀਂ ਕਰ ਸਕਦੇ। ਉਹ ਚਾਨਣ ਕਿਹੜਾ? ਗਿਆਨ ਰੂਪੀ ਚਾਨਣ। ਉਹ ਭਗਤ ਜੈਦੇਵ ਕੋਲੇ ਸੀ ਨਾ ਬੰਗਾਲ ਦੇ ਵਿੱਚ, ਬਾਬੇ ਨਾਨਕ ਨੇ ਬਲਬ ਲੈ ਲਿਆ, ਕਹਿੰਦਾ ਬਲਬ ਮੈਨੂੰ ਦੇ ਦੇ। ਉੱਥੇ ਜਾ ਕੇ ਲਿਆਉਣਾ ਪਿਆ ਬਾਬੇ ਨਾਨਕ ਨੂੰ। ठीक है ना। फिर गुरु के सिखा नूं लिया के फड़ा दिता भी तुसीं संभालो ये बल्लभ नूं। आप गुरु नानक साहब कॉपियां वंडदे रहे। हुण चेता रखियो भी भाई सज्जन ठग कोले गुरु पातशाह जी जांदे ने, उत्थे शब्द वरतिया, शब्द की कॉपी करके दे आंदी सज्जन नूं, ओरिजिनल अपने नाल लिआंदा। कहंदा कोई गल नहीं, तूं ये नहीं भी कल्ले ही ठग मैनूं मिलिया, ठग होर बथेरे मिलणगे, इसे शब्द नाल मैं उन्हां दा इलाज भी करना। फिर भाई केहो वर्गे, सैदो वर्गे, भाई भगीरथ, मन सुख, आपां नूं पता ना ये गुरु दे 5 प्यारे सिख नेगे जिहड़े गुरबाणी नूं संभाल संभाल के रखदे ने करतारपुर साहिब दी धरती ते। चलो पातशाह किरपा करना। इत्थे गल सी भी गुरु पातशाह ने भाई सानू दान वजों ना चानण दे दिता, प्रकाश दे दिता, ते फिर गुरु कहंदा अगे इस प्रकाश नूं वंड। माघ मजन संग साधुआं धूड़ी कर इशनान, हर का नाम ध्याए सुन सबना नूं कर दान। अगे सबना नूं तू भाई ये चानण वंडना है। अगे पातशाह जी कहंदे ने चंदो दी पाया दान, हर का दुख अंधेरा उठ गया। उसे दिन तो ही हनेरा पासे हो जाएगा। तुहानूं पता ना सब नूं आपां नूं जिहड़ा चानण आ ना, चानण दा मूल है, हनेरे दा मूल नहीं है। हुण चानण दा मूल की आ? सूरज। हनेरे दा मूल, हनेरा कोई सूरज के रूप च अलग नहीं है भी उथों हनेरा आ रहा गा भी दा पिछे कनैक्ट ना उत्थे जुड़िया होया उथों हनेरा आ रहा नहीं। जदों भी आपां बत्ती बालती चानण नाल दी नाल गैब। हाँ वो हनेरा हनेरा गैब, वो हनेरा 1000 साल पुराना ते चाहे 500 साल पुराना ते चाहे 5 घंटे पुराना,
ਜਦੋਂ ਵੀ ਬੱਤੀ ਬਾਲਤੀ ਹਨੇਰਾ ਖਤਮ। ਹਨੇਰੇ ਦਾ ਆਪਣਾ ਮੂਲ ਕੋਈ ਨਹੀਂ ਹੈ। ਇੱਥੇ ਸਿੱਧ ਕੀ ਹੋ ਗਿਆ? ਮਾੜੀ ਹਰਕਤ ਕਰਨ ਵਾਲਿਆਂ ਦਾ ਮੂਲ ਨਹੀਂ ਹੁੰਦਾ, ਮਾੜੇ ਕੰਮ ਕਰਨ ਵਾਲਿਆਂ ਦਾ ਉਹਨਾਂ ਦਾ ਆਪਣਾ ਮੂਲ ਨਹੀਂ ਹੈ। ਉਹ ਮਾੜਾ ਜਿਹਾ ਹਵਾ ਦਾ ਬੁੱਲਾ ਚਾਨਣ ਆਇਆ, ਉਹ ਨਾਲ ਦੀ ਨਾਲ ਖਤਮ ਆ। ਤੇ ਚਾਨਣ ਦਾ ਮੂਲ ਸੂਰਜ ਹੈ ਬਾਹਰੀ ਤੌਰ ਤੇ। ਸਾਡੇ ਗਿਆਨ ਦਾ ਮੂਲ ਗੁਰੂ ਗ੍ਰੰਥ ਸਾਹਿਬ ਹੈ। ਦੁਨੀਆ ਵਿੱਚ ਸ਼ਬਦ ਦੀ ਵਰਤੋਂ ਬਹੁਤ ਹੁੰਦੀ ਆ, ਪਰ ਸ਼ਬਦ ਉਹ ਗੁਰੂ ਰੂਪ ਚ ਨਹੀਂ ਹੈ। ਤੇ ਗੁਰੂ ਰੂਪ ਚ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲਾ ਸ਼ਬਦ ਹੈ, ਜਿਹਨੂੰ ਆਪਾਂ ਪੜ੍ਹਦੇ ਆ ਨਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਤੇ ਜਿਹੜੀ ਇਹ ਵਿਦਿਆ ਨਾ, ਇਹੀ ਪਰ ਉਪਕਾਰੀ ਕੰਮ ਕਰਨ ਦੇ ਲਈ ਪ੍ਰੇਰਿਤ ਕਰਦੀ ਆ। ਤੇ ਜਿਹੜੀ ਵਾਰੀ ਵਿਦਿਆ ਗਈ ਉਹ ਪ੍ਰਾਪਤਾ ਹੋਗੀ। ਉਹ ਵਿਦਿਆ ਨੇ ਕੀ ਕਹਿ ਦਿੱਤਾ? ਨਹੀਂ, ਆਪਣੇ ਬਾਪੂ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਣਾ। ਕਿਹੜਾ ਪਰ ਉਪਕਾਰੀ ਕੰਮ ਕੀਤਾ ਸੀ? ਉਹ ਵਿਦਿਆ ਨੇ ਰੋਕਤਾ। ਮੈਂ ਇੰਨੀ ਪੜ੍ਹੀ, ਮੈਂ ਇੰਨਾ ਪੜ੍ਹਿਆ ਲਿਖਿਆ, ਮੈਂ ਹੁਣ ਗੰਦ 'ਚ ਹੱਥ ਮਾਰਦਾ ਚੰਗਾ ਲੱਗਦਾ? ਮੈਂ ਮੇਰੇ ਮਾਤਾ ਪਿਤਾ ਦੇ ਕੱਪੜੇ ਬਦਲਦਾ ਚੰਗਾ ਲੱਗਦਾ? ਨਾ ਨਾ ਨਾ, ਇਹਨਾਂ 'ਚੋਂ ਤਾਂ ਬਦਬੂ ਆਉਂਦੀ ਹੈ। ਤੇਰੇ 'ਚੋਂ ਵੀ ਆਉਂਦੀ ਸੀ ਭਾਈ, ਮਾੜਾ ਜਿਹਾ ਨਿਗਾਹ ਪਿੱਛੇ ਮਾਰ ਲਾ। ਇਹ ਸ਼ਬਦ ਕਹਿੰਦਾ ਫਿਰ। ਤੇ ਜਿਹੜੀ ਬਾਹਰੀ ਪੜ੍ਹਾਈ ਸੀ ਉਹਨੇ ਹੰਕਾਰੀ ਬਣਾਤਾ। ਮੈਂ ਨਹੀਂ ਕਹਿੰਦਾ ਪੜ੍ਹਨਾ ਮਾੜਾ, ਪਰ ਪੜ੍ਹ ਕੇ ਗੁਰੂ ਦਾ ਗਿਆਨ ਲੈਣਾ ਅਤੀ ਚੰਗਾ ਹੈ। ਇੱਕ ਗੱਲ ਹੋਰ ਨੋਟ ਕਰਿਓ, ਹੁਣ ਇੱਥੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨਾ, ਜਿੱਥੇ ਭਾਈ ਗੁਰਬਾਣੀ ਨੂੰ ਪਰ ਉਪਕਾਰੀ ਭਾਵਨਾ ਦੀ ਅੱਖ ਨਾਲ ਵੇਖਿਆ ਤੇ ਪਰ ਉਪਕਾਰੀ ਕੰਮ ਕਰਦੀ ਹੈ ਨਾ, ਤਾਂ ਉੱਥੇ ਆਪਾਂ ਇਹ ਵੀ ਪੜ੍ਹਦੇ ਸੁਣਦੇ ਆ, ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਤੇ ਉਹ ਕਿਹੜੀ ਵਿਦਿਆ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੀ ਵਿਦਿਆ। ਵਿਦਿਆ ਹੈ ਸਮਾਜ ਵਿੱਚ, ਪਰ ਤੀਜੀ ਅੱਖ ਫੁੱਟ ਗਈ। ਹੁਣ ਤਾਂ ਸਾਹਮਣੇ ਚੁਬਾਰੇ ਵਾਲੀ ਵਾਰੀ ਕਦੇ ਅੱਧੀ ਖੁੱਲਦੀ ਹੈ ਤੇ ਕਦੇ ਸਾਰੀ ਖੁੱਲਦੀ ਆ। ਹੁਣ ਸਾਹਮਣੇ ਚੁਬਾਰਾ ਕਹਿੰਦੇ ਚਾਚੇ ਤਾਏ ਦੇ ਹੀ ਆ। ਤੇ ਜਿਹੜੇ ਨੇ ਲਿਖਿਆਗਾ, ਜਿਹੜੇ ਨੇ ਗਾਇਆਗਾ, ਉਹ ਕੌਣ ਆ? ਉਹਨੇ ਵਿਦਿਆ ਪੜ੍ਹੀ ਹੈ, ਪ੍ਰਾਪਤ ਉਹਨੇ ਵਿਦਿਆ ਕੀਤੀ ਆ, ਪਰ ਉਹ ਅੰਨਾ ਹੋ ਗਿਆ, ਅੰਨਾ ਹੋ ਗਿਆ ਨਾ। ਤੇ ਹੁਣ ਗੁਰੂ ਕੀ ਕਹਿੰਦਾ? ਗੁਰੂ ਕਹਿੰਦਾ ਨਹੀਂ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਆ ਅੱਖ ਤੀਜੀ ਹੈਗੀ, ਭਾਵ ਦੁਨਿਆਵੀ ਵਿਦਿਆ ਤਾਂ ਸਾਡੀ ਜਿਹੜੀ ਤੀਜੀ ਅੱਖ ਤਾਂ ਛੱਡੋ, ਜਿਹੜੀਆਂ ਆ ਦੋ ਪਹਿਲਾਂ ਵਾਲੀਆਂ ਨਾ, ਇਹਨਾਂ ਨੂੰ ਵੀ ਭੰਨ ਦਿੰਦੀ ਆ। ਵਾਹਿਗੁਰੂ ਭਲਾ ਕਰੇ। ਇਸੇ ਬੰਦ ਵਿੱਚ ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਦੁੱਖ ਅੰਧੇਰਾ ਚਲਾ ਗਿਆ ਭਾਈ ਮੇਰੇ ਜੀਵਨ ਵਿੱਚੋਂ। ਅੱਗੇ ਪਾਸ਼ਾ ਕਹਿੰਦੇ, ਗੁਣ ਜੰਝ ਲਾੜੇ ਨਾਲ ਸੋ ਹੈ, ਪਰਖ ਮੋਹਣੀਏ ਲਿਆ, ਵਿਆਹ ਹੋਵਾ ਸੋਭ ਸੇਤੀ। ਪਾਤਸ਼ਾਹ ਜੀ ਕਹਿੰਦੇ ਨਾ, ਜਿਵੇਂ ਲਾੜੇ ਤੋਂ ਬਿਨਾ ਜਾਨਣੀ ਚੰਗੀ ਲੱਗਦੀ, ਸੋਹਦੀ ਨਹੀਂ ਹੈ, ਉਹ ਮੇਨ ਹੈ। ਇਵੇਂ ਜਿਵੇਂ ਤੇਰੇ ਸਰੀਰ ਵਿੱਚ ਗਿਆਨ ਹੈ, ਗਿਆਨ ਤੋਂ ਬਿਨਾ ਤੇਰਾ ਜੀਵਨ ਬੇਕਾਰ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਵਿਆਹ ਹੋਵਾ ਸੋਭ ਸੇਤੀ, ਪੰਜ ਸ਼ਬਦ ਹੀ ਆਇਆ, ਮਿਲ ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਪੂਰੇ ਜਗਤ ਨੂੰ ਉਹ ਪਰਮਾਤਮਾ ਨੇ ਆਪਣੇ ਵੱਲੋਂ ਕਿੱਤੇ ਤੇ ਧੰਦੇ ਤੇ ਲਾਇਆ ਹੋਇਆ ਹੈ। ਸੋ ਇਸ ਕਰਕੇ ਆਪਾਂ ਦੋ ਉਦਾਹਰਨਾਂ ਲੈਤੀਆਂ ਸਨ। ਬਾਹਰੀ ਤੌਰ ਤੇ ਧੰਦੜਾ ਦੇਖ ਲਓ ਤੇ ਆਪਣੇ ਅੰਦਰ ਨਿਗਾਹ ਮਾਰ ਕੇ ਵੇਖ ਲਓ। ਮੱਧ ਵਰਗ ਦੇ ਵਿੱਚੋਂ ਉੱਪਰ ਉੱਠ ਕੇ ਆਪਾਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ, ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਸੁਖਾਲੀ ਬਣ ਸਕਦੀ ਹੈ, ਸੋਹਣੀ ਬਣ ਸਕਦੀ ਹੈ। ਆਪਾਂ ਇੱਕ ਸ਼ਬਦ ਦੇ ਵਿੱਚੋਂ ਇੱਕ ਪਦੇ ਦੀ ਵਿਚਾਰ ਕੀਤੀ ਆ। ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ, ਸੰਗਤ ਤੇ ਗੁਰੂ ਬਖਸ਼ਣਯੋਗ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓੰਕਾਰ, ਸਤਿਗੁਰ ਪ੍ਰਸਾਦਿ।